Hello student, clinical microbiology, fourth semester of DMLT. We will be study about general characteristics of fungi and they are the eukaryotic cells contain the membrane round of organelles and include the nuclei, mitochondria, Golgi, Brattus, endoplasmic reticulum, lysosomes, etc. and they also exhibited the mitosis. ਇਹਦਾ ਜਿਹੜੇ ਸੈਲਸ ਹੁੰਦੇ ਆ ਫੰਗੀ ਦੇ ਉਹ ਕੀ ਹੁੰਦੇ ਆ ਯੂਕੈਰੀਓਟਿਕਸ ਮਤਲਬ ਇਹਨਾਂ 'ਚ ਨਿਊਕਲੀਅਸ ਹੁੰਦਾ ਵਾ, ਇਹਨਾਂ 'ਚ ਆਰਗਨਿਲਸ ਹੁੰਦੇ ਆ ਐਂਡ ਕਲੋਰੋਫਿਲ ਹੁੰਦਾ ਵਾ ਐਂਡ ਜਿਹੜੀ ਸੈੱਲ ਡਿਵੀਜ਼ਨ ਆ ਉਹ ਐਕਸੈਪਟਡ ਹੁੰਦੀ ਆ ਮੀਨਸ ਕਿ ਜਦੋਂ ਇੱਕ ਸੈੱਲ ਤੋਂ ਮਤਲਬ ਸੈੱਲ ਡਿਵੀਜ਼ਨ ਜਿਹੜੀ ਹੁੰਦੀ ਹੈ ਇੱਕ ਸੈੱਲ ਤੋਂ 2 ਡਾਟਰ ਸੈੱਲਸ ਬਣਦੇ ਉਹਨੂੰ ਮਾਈਟੋਸਿਸ ਕਹਿੰਦੇ ਆ ਐਂਡ ਦੇ ਹੈਵ ਦਾ ਔਰਗੋਸਟਰੋਲ in their membrane and possess the ATS ribosomes. ਇਹਨਾਂ ਦੇ ਜਿਹੜੇ ਔਰਗੈਸਟਰੋਲਸ ਹੁੰਦੇ ਆ ਔਰਗੈਸਟਰੋਲਸ ਹੁੰਦੇ ਕਾਹਦੇ 'ਚ ਸੈੱਲ ਜਿਹੜੀ ਮੈਮਬਰੇਨ ਹੁੰਦੀ ਹੈ ਸੈੱਲ ਦੀ ਉਹਦੇ ਵਿੱਚ ਹੁੰਦੇ ਅਤੇ ਜਿਹੜਾ ਰਾਈਬੋਸੋਮਸ ਹੁੰਦਾ ਵਾ ਉਹਦੇ ਕੋਲ ਕੀ ਹੁੰਦਾ ਵਾ ATS ਹੁੰਦਾ ਉਹਦੇ ਕੋਲ ਐਂਡ ਦੇ ਹੈਵ ਦਾ rigid cell wall due to the chitin and are therefore non-motile. ਜਿਹੜੇ ਦੇਖੋ ਫੰਗਸ ਜਿਹੜੀ ਹੁੰਦੀ ਆ ਫੰਗੀ ਨੋਨ ਮਟਾਈਲ ਹੁੰਦੀ ਹੈ ਆਪਣੇ ਦਿਮਾਗ 'ਚ ਬਿਠਾ ਲਓ ਕਿ ਨੋਨ ਮਟਾਈਲ ਹੁੰਦੀ ਆ ਕਾਹਦੀ ਵਜ੍ਹਾ ਕਰਕੇ ਜਿਹੜੀ ਉਹਦੀ ਸੈੱਲ ਵਾਲ ਹੁੰਦੀ ਆ ਉਹ ਸਖਤ ਹੁੰਦੀ ਆ ਕਿਉਂਕਿ ਉਹਦੇ 'ਚ ਕਾਈਟਨ ਨਾਮ ਜਿਹੜਾ ਇੱਕ ਪਦਾਰਥ ਉਹ ਪਾਇਆ ਜਾਂਦਾ ਵਾ ਐਂਡ ਦੀ ਹਾਰ ਦਾ ਕੀਮੋਹੀਟਰੋਫਿਲਸ ਉਹ ਹੁੰਦੇ ਆ ਜਿਹੜੇ ਕਿ ਜਿਨ੍ਹਾਂ ਨੂੰ ਕਾਰਬਨ ਦੀ ਜ਼ਰੂਰਤ ਹੁੰਦੀ ਹੈ ਆਰਗੈਨਿਕ ਕੰਪਾਊਂਡ ਦੀ ਐਂਡ ਕਾਰਬਨ ਦੀ ਜ਼ਰੂਰਤ ਹੁੰਦੀ ਆ ਐਜ਼ ਐਨਰਜੀ ਸੋਰਸਸ ਐਂਡ ਦੇ ਡੂ ਨਾਟ ਹੈਵ ਕਲੋਰੋਫਿਲਸ ਇਹਨਾਂ ਕੋਲ ਕਲੋਰੋਫਿਲ ਨਹੀਂ ਹੁੰਦਾ ਫੰਗੀ ਆਰ the osmotropic and osmotropic means they are the obtain their nutrients by absorptions and they obtain nutrients as the saprophytes the life of the decay matters or as the parasites life of living matter ਉਹ ਜਿਹੜੇ ਹੁੰਦੇ ਪੈਰਾਸਾਈਟਸ ਕਿੱਥੇ ਰਹਿੰਦੇ ਆ ਇਹ ਲਾਈਫ ਆਫ ਲਿਖਿਆ ਵਾ ਅਤੇ ਆਫ ਨਹੀਂ ਆਉਣਾ ਲਿਵ ਔਨ ਲਿਵਿੰਗ ਮੈਟਰ 'ਤੇ ਹੁੰਦੇ ਆ ਐਂਡ ਆਲ ਫੰਗੀ ਰਿਕੁਆਇਰ ਵਾਟਰ ਐਂਡ ਆਕਸੀਜਨ ਫॉर ਗਰੋਥ ਜਿਹੜੀ ਫੰਗੀ ਹੁੰਦੀ ਹੈ ਉਹਨੂੰ ਕਾਹਦੀ ਰਿਕੁਆਇਰਮੈਂਟ ਹੁੰਦੀ ਹੈ ਆਕਸੀਜਨ ਐਂਡ ਵਾਟਰ ਦੀ ਕਾਹਦੇ ਵਾਸਤੇ ਗਰੋਥ ਵਾਸਤੇ ਐਂਡ ਰੀਪਰੋਡਕਸ਼ਨ ਵਾਸਤੇ ਐਂਡ ਦੇ ਆਰ ਦਾ ਟਿਪੀਕਲੀ reproduced asexually or sexually by producing the spores depending upon the species and environment condition ਕੀ ਇਹ ਕਹਿੰਦੇ ਆ ਕਿ ਜਿਹੜੀ ਇਹਦੀ ਰੀਪਰੋਡਕਸ਼ਨ ਹੁੰਦੀ ਆ ਅੱਗੇ ਜਨਰੇਸ਼ਨ ਪੈਦਾ ਹੁੰਦੀ ਹੈ ਉਹ ਆਸੈਕਸ਼ੁਅਲੀ ਵੀ ਹੁੰਦੀ ਆ ਅਤੇ ਸੈਕਸ਼ੁਅਲੀ ਵੀ ਹੁੰਦੀ ਆ ਕਿੱਦਾਂ ਹੁੰਦੀ ਹੈ ਸੈਕਸ਼ੁਅਲੀ ਪ੍ਰੋਡਿਊਸਿੰਗ ਹੁੰਦੀ ਹੈ ਸਪੋਰਟਸ ਦੇ ਦੁਆਰਾ ਸਪੋਰਟਸ ਜਿਹੜੇ ਹੁੰਦੇ ਆ ਉਹ ਪ੍ਰੋਡਿਊਸ ਹੁੰਦੀ ਆ ਅਕੋਰਡਿੰਗ ਟੂ ਸਪੀਸ਼ੀਜ਼ ਅਤੇ ਅਕੋਰਡਿੰਗ ਟੂ ਇਨਵਾਇਰਮੈਂਟ ਦੇ ਹਿਸਾਬ ਦੇ ਨਾਲ and they grow either the reproductively by budding or the non-reproductively by the hyphal tip elongations ਕਹਿੰਦੇ ਜਿਹੜੀ ਗਰੋਥ ਆ ਉਹ ਦੋਨੋਂ ਹੀ ਟਾਈਪ ਦੀ ਹੋ ਸਕਦੀ ਆ ਰੀਪਰੋਡਕਟਿਵਲੀ ਬਾਏ ਬਡਿੰਗ ਦੇ ਨਾਲ ਵੀ ਅਤੇ ਨੋਨ ਜਿਹੜੀ ਹੈਗੀ ਉਹ ਹਾਈਫਲ ਦੇ ਨਾਲ ਵੀ ਹਾਈਫਲ ਮੀਨਸ ਜਿੱਦਾਂ ਕਿ ਇੱਕ ਰਾਊਂਡ ਸ਼ੇਪ ਦੀ ਜਿੱਦਾਂ ਆਪਣੀ ਫਿੰਗਰ ਹੈ ਨਾ ਇੱਦਾਂ ਉੱਪਰੋਂ ਟਿਪ ਜੀ ਹੈ ਜਿੱਦਾਂ ਫਿੰਗਰ ਦੀ ਇੱਦਾਂ ਲੌਂਗੀਨੇਟਡ ਜਿਹੜਾ ਹੁੰਦਾ ਵਾ ਤੁਸੀਂ ਉੱਥੇ ਨੈੱਟ 'ਤੇ ਕੱਢ ਕੇ ਦੇਖ ਸਕਦੇ ਹੋ ਹਾਈਫਾ ਜਿਹੜਾ ਹੈਗਾ ਫੰਗੀ ਦਾ ਉਹ ਕਿੱਦਾਂ ਹੁੰਦਾ ਵਾ ਠੀਕ ਹੈ ਹਾਈਫਲ ਹੁੰਦੀ ਆ ਅਤੇ ਲੌਂਗੀਨੇਸ਼ਨਸ ਹੁੰਦੀ ਆ ਅੱਗੇ ਹੋ ਗਿਆ ਇਨ ਦਾ ਫੰਗੀ ਫੂਡ ਇਜ਼ ਦਾ ਸਟੋਰਡ ਜਨਰਲੀ ਇਨ ਦੀ ਫੋਰਮ ਆਫ ਦਾ ਲਿਪਿਡਸ ਐਂਡ ਗਲਾਈਕੋਜਨ ਜਿਹੜਾ ਫੂਡ ਆ ਉਹ ਜਿਹੜੀ ਫੰਗੀ ਆ ਕਿਹਦੇ ਰੂਪ ਦੇ ਵਿੱਚ ਸਟੋਰ ਕਰਦੀ ਆ ਲਿਪਿਡਸ ਐਂਡ ਗਲਾਈਕੋਜਨਸ ਦੇ ਰੂਪ ਇਹ ਸੀਗੇ ਕਰੈਕਟਰਿਸਟਿਕਸ ਮੋਰਫੋਲੋਜੀ ਆਫ ਦਾ ਫੰਗੀ
वेरी वाइडली इन साइज़ एंड द शेप जी फंगी होंगी वो बहुत सारिया बहुत सारे मतलब डिफरेंट साइज़ से डिफरेंट शेप्स के होंगी है द फॉर्म द यूनीसैलुलर माइक्रोस्कोपिकली ऑर्गेनिज्म टू मल्टीसैलुलर फॉर्म दैट कैन ईजिली सीन विद द नेक्ड आई ये जड़ी हैगी आ यूनीसैलुलर मतलब सिंगल सैल जी माइक्रोस्कोपी ऑर्गेनिज्म आ टू मल्टीसैलुलर बन जाता फॉर्म के तो इनू आपां नंगी अख दे नाल भी देख सकते हैं। इंडिविजुअल सेल साइज रेंज फ्रॉम 1 माइक्रो to 30 माइक्रो फंगी एग्जिस्ट इन द टू फंडामेंटल फॉर्म द इंडिविजुअल जोड़े सैल का साइज़ होंदा वा वो 1 माइक्रो to 30 माइक्रोमीटर तक होंदा वा ते फंडामेंटल टू फॉर्म्स होंदियां केड़ियां द फिलामेंट्स फॉर्म नोन एज हाइफा एंड सिंगल सेल और द बडिंग फॉर्म नोन एज ईस्ट and the molds. Point A, the mold is the made up of hypha. Mold the hypha ਦਾ ਬਣਿਆ ਹੁੰਦਾ ਵਾ and which are the cylindrical tube ਹੁੰਦੀ ਹੈ ਚਤਾ and like structures that elongated by the growth at tips. ਕਹਿੰਦੇ ਜਿਹੜੀ ਟਿਪ ਹੁੰਦੀ ਹੈ ਥੋੜੀ ਜਿਹੀ ਲੰਬਾਈ 'ਚ ਹੁੰਦੀ ਹੈ and the hypha is the responsible for the filaments nature of mold. Hypha ਜਿਹੜਾ ਹੁੰਦਾ ਉਹ responsible ਕਰਨ the filaments nature of mold and the hypha may be the branched or unbranched मतलब ਜਿਹੜਾ branched ਹੁੰਦਾ ਇਹਨੂੰ septate ਕਹਿੰਦੇ ਆ ਜਿਹੜਾ unbranched ਹੁੰਦਾ aseptate ਵੀ ਕਹਿੰਦੇ ਜਿਹੜਾ hypha ਹੁੰਦਾ ਉਹ 'ਚ मतलब partitions ਜਿੱਦਾਂ ਆਪਣੀ ਫਿੰਗਰ ਦੇ ਪਾਰਟ ਬਣ ਜਾਂਦੇ ਆ ਇੱਦਾਂ ਹੀ ਜਿਹੜਾ ਹੁੰਦਾ ਵਾ septate ਬਣਦੇ ਆ and the branch hypha usually has cross wall that divide them into the numerous cells ਕਿ ਜਿਹੜੀ ਬ੍ਰਾਂਚ ਹਾਈਫਾ ਵਾ ਉਹ ਕੀ ਕਰਦੀ ਹੈ ਕ੍ਰੋਸ ਵਾਲ ਹੁੰਦੀ ਹੈ ਡਿਵਾਈਡ ਕਰਦੀ ਹੈ ਉਹਨਾਂ ਨੂੰ ਨੰਬਰਡ ਸੈਲਸ ਦੇ ਵਿੱਚ ਐਂਡ ਥੀਸ ਕ੍ਰੋਸ ਵਾਲ ਕਾਲ ਦਾ ਸੈਪਟਾ ਹੈਜ਼ ਸਮਾਲ ਪੋਰਸ ਥਰੂ ਵਿਚ ਸਾਈਟੋਪਲਾਜ਼ਮ ਇਜ਼ ਕੰਟੀਨਿਊ ਐਂਡ देयरफॉर ਐਜ਼ ਹਾਈਫਾ ਕਹਿੰਦਾ ਇਹ ਜਿਹੜੀਆਂ ਕ੍ਰੋਸ ਵਾਲਸ ਹੈਗੀਆਂ ਇਹਨਾਂ ਨੂੰ ਸੈਪਟਾ ਕਿਹਾ ਜਾਂਦਾ ਅਤੇ ਇਹ 'ਚ ਕੀ ਹੁੰਦੇ ਸਮੋਲ ਪੋਰਸ ਹੁੰਦੇ ਆ ਛੋਟੇ ਛੋਟੇ ਪੋਰਸ ਜਿਹਨੂੰ ਛੇਦ ਕਹਿ ਲੈਂਦੇ ਆ ਐਂਡ ਜਿੱਥੋਂ ਕਿ ਸਾਈਟੋਪਲਾਜ਼ਮ ਇਜ਼ ਕੰਟੀਨਿਊ ਥਰੂ ਦੀ ਹਾਈਫਾ ਐਂਡ देयरफॉर all hyphal fungi tend to be the multinucleate and except the ਜ਼ਾਈਗੋਮਾਈਸੀਡਸ ਦੇ ਵਿੱਚ ਦੋ ਹੁੰਦੇ ਆ ਜਿਹਨੂੰ ਕਿ ਰਿਜ਼ੋਬਸ ਕਹਿੰਦੇ ਸਾਰੇ ਇਹਨਾਂ ਦੇ ਨੇਮ ਆ ਠੀਕ ਹੈ Rhizopus, mucor and a group of hypha is known as the mycelium or hypha. Mycelium is the three kinds ਦੇਖੋ ਇਹ ਤਾਂ ਹਾਈਫਾ 'ਤੇ ਡਿਪੈਂਡ ਹੋ ਗਏ ਜਿਹੜੇ ਇੱਕ ਹਾਈਫਾ ਹੁੰਦਾ ਵਾ ਜਿਹੜਾ ਜਿਹਨੂੰ ਅਸੀਂ ਮਾਈਸੀਲੀਅਮ ਕਹਿੰਦੇ ਹਾਂ ਠੀਕ ਹੈ ਐਂਡ ਹਾਈਫੇ ਕਹਿੰਦੇ ਹਾਂ ਅਤੇ ਜਿਹੜਾ ਹਾਈਫਲ ਫੰਗੀ ਜਿਹੜੀ ਹੈਗੀ ਮਲਟੀ ਨਿਊਕਲੀਏਟਡ ਹੁੰਦੀ ਹੈ ਇਹਨਾਂ ਨੂੰ ਛੱਡ ਕੇ ਜ਼ਾਈਗੋਮਾਈਸੀਡਸ ਦੋ ਆਉਂਦੀਆਂ ਵਾ ਰਾਈਜ਼ੋਪਸ ਐਂਡ ਦਾ ਮਿਊਕੋਰ ਅਤੇ ਅੱਗੇ ਜਿਹੜੀਆਂ 3 ਟਾਈਪਸ ਹੈਗੀਆਂ ਉਹਦੇ 'ਚ ਵੈਜੀਟੇਟਿਵ ਮਾਈਸੀਲੀਅਮ ਜਿਹਨੂੰ ਕਿ ਹਾਈਫੇ ਕਹਿੰਦੇ ਆ ਅਤੇ ਏਰੀਅਲ ਮਾਈਸੀਲੀਅਮ ਹੁੰਦਾ ਵਾ ਅਤੇ ਇੱਕ ਫੈਰਟਾਈਲ ਮਾਈਸੀਲੀਅਮ ਹੁੰਦਾ ਠੀਕ ਹੈ ਅੱਗੇ ਕਾਫੀ ਹੈਗੀਆਂ ਵਾ ਹਾਈਫਾ ਜਿਹੜਾ ਹੈਗਾ ਵਾ ਉਹ ਕਿੱਦਾਂ ਸਪੈਸ਼ਲ ਸਟਰਕਚਰ ਦੇ ਅਕੋਰਡਿੰਗ ਉਹਨੂੰ ਆਪਾਂ ਆਈਡੈਂਟੀਫਾਈਡ ਕਰਦੇ ਹਾਂ ਆਪਾਂ ਅੱਗੇ ਵਧਾਂਗੇ